ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਨਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ। ਭੂਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਹਉ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ। ਭੂਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਹਉ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ। ਮਾਧੋ ਕੈਸੀ ਬਨੈ ਤੁਮ ਸੰਗੇ ਆਪ ਨਾ ਦੇਹੋ ਤਾ ਲੇਵੋ ਮੰਗੇ। ਰਹਾਉ ਦੋਏ ਸੇਰ ਮੰਗੋ ਚੂਨਾ ਪਾਉ ਘੀਓ ਸੰਗ ਲੂਨਾ। ਅਧ ਸੇਰ ਮੰਗੋ ਦਾਲੇ ਮੋਹ ਕਉ ਦੋਨੋਂ ਵਖਤ ਜਿਵਾਲੇ। ਖਾਟ ਮੰਗੋ ਚੌਪਾਈ ਸਿਰਹਾਨਾ ਅਵਰ ਤੁਲਾਈ। ਉਪਰ ਕਉ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ। ਮੈਂ ਨਾਹੀ ਕੀਤਾ ਲੱਭੋ ਇਕ ਨਾਉ ਤੇਰਾ ਮੈਂ ਫੱਬੋ। ਕਹਿ ਕਬੀਰ ਮਨ ਮਾਨਿਆ
ਮਨ ਮਾਨਿਆ ਤਉ ਹਰ ਜਾਣਿਆ। ਰਾਗ ਸੋਰਠ ਭੂਖੇ ਭਗਤ ਨਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਸੇਵਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਜਿਸ ਸ਼ਬਦ ਨੂੰ ਆਪਾਂ ਸਰਵਣ ਕੀਤਾ ਹੈ, ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬੇਨਤੀ ਰੂਪ ਦੇ ਅੰਦਰ, ਜਾਚਨਾ ਰੂਪ ਦੇ ਅੰਦਰ ਉਚਾਰਨ ਕੀਤਾ ਹੈ, ਜਿਸ ਦੇ ਅੰਦਰ ਭਗਤ ਜੀ ਨੇ ਕੁਝ ਚੀਜ਼ਾਂ ਦੀ ਮੰਗ ਰੱਖੀ ਹੈ। ਇੱਕ ਵਾਰ ਭਗਤ ਕਬੀਰ ਸਾਹਿਬ ਜੀ ਆਪਣੇ ਘਰ ਦੇ ਵਿੱਚ ਸਨ ਤੇ ਬਾਹਰੋਂ ਕੋਈ ਸਾਧੂ ਮਹਾਤਮਾ ਚੱਲ ਕੇ ਆ ਗਏ ਔਰ ਉਹਨਾਂ ਦੇ ਭੋਜਨ ਪਾਣੀ ਦੇ ਪ੍ਰਬੰਧ ਨੂੰ ਲੈ ਕੇ, ਉਹਨਾਂ ਦੇ ਰਾਤ ਦੇ ਸਮੇਂ ਵਿਰਾਜਣ ਦੇ ਪ੍ਰਬੰਧ ਨੂੰ ਲੈ ਕੇ ਭਗਤ ਕਬੀਰ ਸਾਹਿਬ ਜੀ ਨੇ ਜਿਸ ਸਮੇਂ ਵਿਚਾਰਿਆ ਤੇ ਉਹ ਪ੍ਰਬੰਧ ਭਗਤ ਜੀ ਦੇ ਪਾਸ ਪੂਰਾ ਨਹੀਂ ਸੀ। ਉਸ ਸਮੇਂ ਫਿਰ ਭਗਤ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਕਿ ਪਰਮੇਸ਼ਰ ਵਾਹਿਗੁਰੂ ਤੇਰੇ ਪਾਸੋਂ ਤੇਰੇ ਭਗਤ ਮੰਗ ਸਕਦੇ ਹੈ। ਭਗਤ ਜਿਹੜਾ ਹੁੰਦਾ ਉਹ ਪਰਮੇਸ਼ਰ ਪਾਸੋਂ ਹੀ ਮੰਗਦਾ, ਹੋਰ ਕਿਸੇ ਦੂਜੇ ਦੇ ਪਾਸੋਂ ਉਹ ਕੁਝ ਨਹੀਂ ਮੰਗਦਾ, ਤੇ ਮੰਗਦਾ ਵੀ ਉਹ ਦੂਸਰੇ ਵਾਸਤੇ, ਆਪਣੇ ਵਾਸਤੇ ਕੁਝ ਨਹੀਂ ਮੰਗਦਾ। ਇੱਦਾਂ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਕਿ ਪਰਮੇਸ਼ਰ ਵਾਹਿਗੁਰੂ ਇਹ ਸਾਧੂ ਹਨ, ਮਹਾਤਮਾ ਹਨ, ਜੇ ਇਹਨਾਂ ਦੇ ਭੋਜਨ ਨਹੀਂ ਅੰਦਰ ਜਾ ਰਿਹਾ, ਇਹਨਾਂ ਦਾ ਪ੍ਰਬੰਧ ਠੀਕ ਨਹੀਂ ਹੈ, ਤੇ ਭਗਤੀ ਫਿਰ ਕਿਵੇਂ ਹੋ ਸਕਦੀ ਹੈ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਸਮੇਂ
ਪਿਤਾ ਕਲਿਆਣ ਚੰਦ ਜੀ ਨੇ 20 ਰੁਪਈਏ ਦੇ ਕੇ ਸੌਦਾ ਕਰਨ ਵਾਸਤੇ ਤੋਰਿਆ। ਤੇ ਸਤਿਗੁਰੂ ਜੀ ਜਿਸ ਸਮੇਂ ਨਗਰ ਤੋਂ ਬਾਹਰ ਨਿਕਲੇ, ਤੁਰ ਪਏ ਵਪਾਰ ਕਰਨ ਵਾਸਤੇ। ਰਸਤੇ ਦੇ ਵਿੱਚ ਜਦੋਂ ਪਹੁੰਚੇ ਤੇ ਕੀ ਦੇਖਦੇ ਹੈ ਵੀ ਕੋਈ ਸਾਧੂ ਮਹਾਤਮਾ ਜਿਹੜੇ ਹਨ ਉਹ ਆਪੋ ਆਪਣੇ ਸਾਧਨਾ ਦੇ ਵਿੱਚ ਤਪ ਕਰਨ ਦੇ ਵਿੱਚ ਲੱਗੇ ਹੈ। ਕੋਈ ਕਿਸੇ ਆਸਣ ਦੇ ਵਿੱਚ ਸਮਾਧੀ ਲਾ ਕੇ ਬੈਠਾ ਹੈ, ਕੋਈ ਕਿਵੇਂ ਬੈਠਾ ਹੈ। ਤੇ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਬੇਨਤੀ ਕੀਤੀ, ਜਿਹੜਾ ਵੱਡਾ ਮਹਾਤਮਾ ਸੀ ਉਹਨਾਂ ਦੇ ਵਿੱਚ, ਕਿ ਤੁਹਾਡਾ ਭੋਜਨ ਪਾਣੀ ਦਾ ਪ੍ਰਬੰਧ ਕਿਵੇਂ ਚੱਲਦਾ ਹੈ। ਤਾਂ ਉਹਨਾਂ ਨੇ ਆਖਿਆ ਜੀ ਜੇ ਕੋਈ ਦੇ ਜਾਏ ਤੇ ਛਕ ਲੈਂਦੇ ਆ, ਨਹੀਂ ਇੱਦਾਂ ਹੀ ਪਰਮੇਸ਼ਰ ਦੇ ਨਾਮ ਆਸਰੇ ਰਹੀਦਾ। ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਸਮੇਂ ਸਰੀਰ ਦੇ ਨਿਰਵਾਹ ਨੂੰ ਮੁੱਖ ਜਾਣਦਿਆਂ ਹੋਇਆਂ ਕਿ ਸਰੀਰ ਦੇ ਵਿੱਚ ਰਹਿ ਕੇ ਹੀ ਕੀਤੀ ਭਗਤੀ ਸਫਲੀ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਫਿਰ ਉੱਥੇ ਸੱਚਾ ਸੌਦਾ ਕੀਤਾ। ਰਸਤਾਂ ਵਸਤਾਂ 20 ਰੁਪਈਆਂ ਦੀਆਂ ਲਿਆ ਕੇ ਲੰਗਰ ਚਲਾ ਕੇ ਸਾਧੂਆਂ ਨੂੰ ਛਕਾ ਕੇ ਤ੍ਰਿਪਤ ਕੀਤਾ ਕਿ ਭੋਜਨ ਛਕੋ, ਪਰਮੇਸ਼ਰ ਦੀ ਭਗਤੀ ਕਰੋ। ਸਰੀਰ ਨੂੰ ਖੁਰਾਕ ਦੀ ਲੋੜ ਹੈ, ਕਿਉਂਕਿ ਸਾਡੇ ਪ੍ਰਾਣ, ਸਾਡੇ ਜਿਹੜੇ ਸਵਾਸ ਹੈ ਉਹ ਅੰਨ ਦੇ ਆਸਰੇ ਹੈ। ਅੰਨ ਦੇ ਵਿੱਚ ਹੀ ਪ੍ਰਾਣ ਮੰਨੇ ਹੈ ਜੀਵ ਦੇ। ਇਸ ਕਰਕੇ ਸਤਿਗੁਰਾਂ ਨੇ ਇਹ ਸਿਧਾਂਤ ਸਿੱਧ ਕਰਵਾਇਆ, ਇਹ ਉਪਦੇਸ਼ ਦਿੱਤਾ ਕਿ ਅੰਨ ਛੱਡ ਕੇ ਜਾਂ ਪਾਣੀ ਛੱਡ ਕੇ ਜਾਂ ਖੁਰਾਕ ਛੱਡ ਕੇ ਤੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਈਏ, ਸਰੀਰ ਜਿਹੜਾ ਉਹ ਕਮਜ਼ੋਰਾ ਹੋ ਜਾਂਦਾ। ਤੇ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਸਰੀਰ ਤੋਂ ਨਿਰਲੇਪ ਰਹਿਣਾ, ਸਰੀਰ ਦੇ ਜਿੰਨੇ ਨਿਰਵਾਹ ਹਨ ਉਹ ਵੀ ਕਰੀ ਜਾਣੇ। ਇਹ ਭਗਤੀ ਦਾ ਉਪਦੇਸ਼ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਇਸੇ ਪ੍ਰਕਾਰ ਹੀ ਭਗਤ ਕਬੀਰ ਸਾਹਿਬ ਜੀ ਨੇ, ਜਾਂ ਭਗਤ ਧੰਨਾ ਜੀ ਦਾ ਜ਼ਿਕਰ ਆਉਂਦਾ, ਉਹਨਾਂ ਨੇ ਵੀ ਜਿਸ ਸਮੇਂ ਪਰਮੇਸ਼ਰ ਦੀ ਭਗਤੀ ਕੀਤੀ ਤੇ ਕਹਿਣ ਲੱਗੇ ਵੀ ਪਰਮੇਸ਼ਰ ਪ੍ਰਗਟ ਹੋ ਗਿਆ। ਜਦੋਂ ਪਰਮਾਤਮਾ ਪਰਮੇਸ਼ਰ ਦੇ ਦਰਸ਼ਨ ਹੋਏ ਤੇ ਭਗਤ ਧੰਨਾ ਜੀ ਨੂੰ ਪਰਮੇਸ਼ਰ ਜੀ ਕਹਿਣ ਲੱਗੇ ਵੀ ਸਾਰੇ ਭਗਤ ਆਰਤੀ ਕਰਦੇ ਆ ਮੇਰੀ। ਸਾਰੇ ਭਗਤ ਜਿਹੜੇ ਹੈ ਉਹਨਾਂ ਨੇ ਆਰਤੀ ਕੀਤੀ ਹੈ ਤੇ ਤੁਸੀਂ ਵੀ ਆਰਤੀ ਕਰੋ। ਤਾਂ ਉਸ ਸਮੇਂ ਭਗਤ ਧੰਨਾ ਜੀ ਨੇ ਸ਼ਬਦ ਉਚਾਰਨ ਕੀਤਾ, ਗੋਪਾਲ ਤੇਰਾ ਆਰਤਾ। ਪਰਮੇਸ਼ਰ ਵਾਹਿਗੁਰੂ ਭਗਤ ਤੇਰੀ ਆਰਤੀ ਕਰਦੇ ਹੈ ਤੇ ਅਸੀਂ ਸਿੱਧੇ ਸਾਧੇ ਭੋਲੇ ਭਾਲੇ ਭਗਤਾਂ ਅਸੀਂ ਤਾਂ ਆਰਤਾ ਕਰਾਂਗੇ ਤੇਰਾ। ਪਰਮੇਸ਼ਰ ਵਾਹਿਗੁਰੂ ਕਹਿਣ ਲੱਗੇ ਵੀ ਠੀਕ ਹੈ ਤੂੰ ਆਰਤਾ ਹੀ ਕਰ। ਤਾਂ ਉਸ ਸਮੇਂ ਭਗਤ ਧੰਨਾ ਜੀ ਨੇ ਸ਼ਬਦ ਉਚਾਰਨ ਕੀਤਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ। ਕਿ ਪਰਮੇਸ਼ਰ ਵਾਹਿਗੁਰੂ ਇਹਨਾਂ ਚੀਜ਼ਾਂ ਦੀ, ਇਹਨਾਂ ਵਸਤਾਂ ਦੀ ਲੋੜ ਹੈ। ਇਹਨਾਂ ਦੇ ਬਿਨਾਂ ਸਰੀਰ ਦਾ ਨਿਰਵਾਹ ਨਹੀਂ ਹੈ। ਤੇ ਇਹ ਲੋੜ ਦੇ ਅਨੁਸਾਰ ਜਿੰਨੀਆਂ ਵਸਤਾਂ ਹਨ ਤੂੰ ਦੇ ਦੇ, ਇਹ ਤੇਰੇ ਪਾਸੋਂ ਅਸੀਂ ਮੰਗ ਕੇ ਲੈਂਦੇ ਹਾਂ। ਜਿਵੇਂ ਇੱਕ ਪੁੱਤਰ ਹੋਵੇ ਤੇ ਉਹ ਪਿਤਾ ਦੇ ਪਾਸੋਂ ਮੰਗ ਸਕਦਾ, ਉਹਦੇ ਵਿੱਚ ਉਹਦਾ ਹੱਕ ਹੈ, ਉਹਦਾ ਅਧਿਕਾਰ ਹੈ। ਇਸੇ ਤਰ੍ਹਾਂ ਹੀ ਜਿਹੜੇ ਭਗਤ ਆ ਉਹ ਪਰਮੇਸ਼ਰ ਪਾਸੋਂ ਹੀ ਮੰਗਦੇ ਆ। ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿੱਥੇ ਇਹ ਬਾਹਰਲੀਆਂ ਵਸਤਾਂ ਦਾ ਜ਼ਿਕਰ ਹੈ, ਉੱਥੇ ਇਹਨਾਂ ਹੀ ਸ਼ਬਦਾਂ ਦੇ ਅੰਦਰ
ਆਤਮਾ ਦੀ ਖੁਰਾਕ ਜਿਹੜੀ ਹੈ ਉਹ ਵੀ ਬਿਆਨ ਕੀਤੀ ਹੈ। ਕਿਉਂਕਿ ਭੁੱਖ ਵੀ ਦੋ ਤਰ੍ਹਾਂ ਦੀ ਹੈ। ਇੱਕ ਦੇ ਨਾਲ ਜੇ ਸਰੀਰ ਨੂੰ ਭੁੱਖ ਲੱਗ ਰਹੀ ਹੈ, ਸਰੀਰ ਨੂੰ ਅੰਨ ਦੀ ਲੋੜ ਹੈ, ਅਤੇ ਸਰੀਰ ਜਿਹੜਾ ਉਹ ਰਿਸ਼ਟ ਪੁਸ਼ਟ ਹੈ, ਤੰਦਰੁਸਤ ਹੈ, ਇਹਦੀ ਭੁੱਖ ਦੀ ਨਿਵਰਤੀ ਹੋ ਰਹੀ ਹੈ। ਇਸੇ ਤਰ੍ਹਾਂ ਹੀ ਮਨ ਨੂੰ ਭੁੱਖ ਲੱਗਦੀ ਹੈ। ਜਿਹੜੀ ਮਨ ਨੂੰ ਭੁੱਖ ਲੱਗਦੀ ਹੈ, ਉਹ ਜਿਹੜੇ ਮਨਮੁਖ ਜੀਵ ਹਨ, ਜਿਹੜੇ ਮਾਇਆ ਦੇ ਗ੍ਰਸੇ ਹੋਏ ਹੈ, ਵਿਸ਼ੇ ਵਿਕਾਰਾਂ 'ਚ ਫਸੇ ਹੋਏ ਹੈ, ਉਹਨਾਂ ਨੂੰ ਭੁੱਖ ਲੱਗਦੀ ਹੈ ਵਿਸ਼ੇ ਵਿਕਾਰਾਂ ਦੀ, ਵਿਕਾਰਾਂ ਨੂੰ ਭੋਗਣ ਦੀ ਭੁੱਖ ਲੱਗਦੀ ਹੈ। ਪਰ ਜਿਹੜੇ ਕੋਈ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਹੈ, ਨਾਮ ਆਸਰੇ ਰਹਿਣ ਵਾਲੇ ਹੈ, ਉਹਨਾਂ ਨੂੰ ਨਾਮ ਦੀ ਭੁੱਖ ਲੱਗਦੀ ਹੈ। ਜਿਵੇਂ ਸਤਿਗੁਰਾਂ ਦੇ ਬਚਨ ਆਉਂਦੇ ਹਨ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੂਖ। ਜਿਵੇਂ ਸਰੀਰ ਨੂੰ ਡਾਕਟਰ ਜਿਹੜੇ ਕਹਿੰਦੇ ਹੈ ਵੀ ਜੇ ਭੁੱਖ ਨਹੀਂ ਲੱਗਦੀ ਤਾਂ ਸਰੀਰ ਨੂੰ ਕੋਈ ਬਿਮਾਰੀ ਹੈ। ਜੇ ਭੁੱਖ ਸਹੀ ਟਾਈਮ 'ਤੇ ਨਹੀਂ ਲੱਗ ਰਹੀ ਅਤੇ ਸਰੀਰ ਦੇ ਵਿੱਚ ਕੋਈ ਨੁਕਸ ਹੈ, ਕੋਈ ਰੋਗ ਹੈ। ਫਿਰ ਜਦੋਂ ਡਾਕਟਰ ਇਲਾਜ ਕਰਦੇ ਹੈ, ਫਿਰ ਕਹਿੰਦੇ ਆ ਵੀ ਭੁੱਖ ਲੱਗਦੀ ਹੈ ਸਹੀ। ਜਦੋਂ ਮਰੀਜ਼ ਕਹੇ ਵੀ ਹਾਂ ਹੁਣ ਭੁੱਖ ਸਹੀ ਲੱਗਦੀ ਹੈ, ਰੋਟੀ ਪਾਣੀ ਸਹੀ ਛਕ ਲੈਂਦਾ, ਫਿਰ ਕਹਿੰਦੇ ਆ ਵੀ ਹੁਣ ਇਹ ਠੀਕ ਹੋ ਗਿਆ। ਇਸੇ ਤਰ੍ਹਾਂ ਜੇ ਸਾਡੇ ਮਨ ਨੂੰ ਪਰਮੇਸ਼ਰ ਦੇ ਨਾਮ ਦੀ ਭੁੱਖ ਨਹੀਂ ਲੱਗਦੀ, ਭਗਤੀ ਦੀ ਭੁੱਖ ਨਹੀਂ ਲੱਗਦੀ, ਅਤੇ ਸਾਡਾ ਮਨ ਸਮਝੋ ਵੀ ਰੋਗੀ ਹੈ। ਇਹਨੂੰ ਵਿਕਾਰ ਚਿੰਬੜੇ ਹੋਏ ਹੈ, ਇਹਦੇ ਅੰਦਰ ਮਲੀਨਤਾ ਹੈ। ਫਿਰ ਜਦੋਂ ਗੁਰੂ ਦਾ ਉਪਦੇਸ਼ ਮਿਲਦਾ, ਬਾਣੀ ਪੜ੍ਹਦਾ, ਸੇਵਾ ਕਰਦਾ, ਸਿਮਰਨ ਕਰਦਾ, ਫਿਰ ਉਹ ਰੋਗ ਜਿਹੜਾ ਦੂਰ ਹੋਣ ਲੱਗ ਜਾਂਦਾ। ਫਿਰ ਐਸੀ ਭੁੱਖ ਲੱਗਦੀ ਹੈ ਸੱਚੇ ਨਾਮ ਦੀ ਕਿ ਅੱਠੇ ਪਹਿਰ ਹੀ ਫਿਰ ਮਨ ਜਿਹੜਾ ਉਹ ਨਾਮ ਦੇ ਵਿੱਚ ਹੀ ਜੁੜਿਆ ਰਹਿੰਦਾ, ਅਤੇ ਉਹਨੂੰ ਛਕ ਕੇ ਉਹ ਤਖਾਏ ਚੱਲੀਐ ਦੁੱਖ। ਜਿੰਨੇ ਦੁੱਖ ਹੈ ਜੰਮਣ ਮਰਨ ਦੇ, ਕਾਮ ਕ੍ਰੋਧ ਲੋਭ ਦੇ, ਆਸਾ ਤ੍ਰਿਸ਼ਨਾ ਦੇ, ਸਭ ਇਹਦੇ ਦੂਰ ਹੋ ਜਾਂਦੇ ਹੈ। ਇਹ ਸੱਚੇ ਨਾਮ ਦੀ ਭੁੱਖ ਐਸੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਬੇਨਤੀ ਰੂਪ ਦੇ ਅੰਦਰ ਇਹ ਸ਼ਬਦ ਉਚਾਰਨ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ ਜੀ। ਸਾਰੀ ਸੰਗਤ ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ। ਭੂਖੇ ਭਗਤ ਨਾ ਕੀਜੈ। ਸੋਰਠ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਭੂਖੇ ਭਗਤ ਨਾ ਕੀਜੈ, ਕਿ ਜਿੰਨਾ ਚਿਰ ਸਰੀਰ ਦੇ ਭੁੱਖ ਦੀ ਨਿਵਰਤੀ ਨਹੀਂ ਹੈ, ਜੀਵ ਨੂੰ ਅੰਨ ਜਲ ਦੀ ਫਿਕਰ ਹੈ, ਭਗਤ ਨਾ ਕੀਜੈ। ਫਿਰ ਪਰਮੇਸ਼ਰ ਵਾਹਿਗੁਰੂ ਤੇਰੀ ਭਗਤੀ ਕਰਨੀ ਜਿਹੜੀ ਇਹ ਬੜੀ ਔਖੀ ਲੱਗਦੀ ਹੈ। ਜਿਸ ਨੂੰ ਅੰਨ ਜਲ ਦਾ ਫਿਕਰ ਹੈ, ਰੋਟੀ ਪਾਣੀ ਦਾ ਫਿਕਰ ਹੈ, ਪਰਮੇਸ਼ਰ ਵਾਹਿਗੁਰੂ ਫਿਰ ਤੇਰੀ ਭਗਤੀ ਕਿਵੇਂ ਕਰੇ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਇਸੇ ਤਰ੍ਹਾਂ ਹੀ ਜਿਹਨੂੰ ਨਾਮ ਦੀ ਭੁੱਖ ਨਹੀਂ ਲੱਗਦੀ, ਜਿਹਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਜਪਣ ਦੀ ਇੱਛਾ ਹੀ ਨਹੀਂ ਪੈਦਾ ਹੁੰਦੀ, ਭਗਤ ਨਾ ਕੀਜੈ। ਫਿਰ ਉਹ ਪਰਮੇਸ਼ਰ ਵਾਹਿਗੁਰੂ ਤੇਰੀ ਭਗਤੀ ਕਿਵੇਂ ਕਰ ਸਕਦਾ ਹੈ। ਯਹ ਮਾਲਾ ਆਪਣੀ ਲੀਜੈ। ਕਹਿੰਦੇ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਸਨਮੁਖੇ ਬੇਨਤੀ ਕੀਤੀ ਤੇ ਪ੍ਰਮਾਤਮਾ ਵਾਹਿਗੁਰੂ ਕਹਿਣ ਲੱਗੇ ਵੀ ਫੇਰੇ ਕਬੀਰ ਮਾਲਾ ਕਿਉਂ ਲਈ ਹੈ ਤੂੰ, ਤਾਂ ਉਸੇ ਸਮੇਂ ਭਗਤ ਜੀ ਨੇ ਮਾਲਾ ਛੱਡ ਦਿੱਤੀ। ਕਹਿਣ ਲੱਗੇ ਜਹ ਮਾਲਾ ਆਪਣੀ ਲੀਜੈ। ਇਹ ਪਰਮੇਸ਼ਰ ਵਾਹਿਗੁਰੂ ਇਹ ਮਾਲਾ ਤੇਰੀ ਹੈ, ਤੂੰ ਲੈ ਲਾ। ਇਸੇ ਪ੍ਰਕਾਰ ਹੀ ਯਹ ਮਾਲਾ ਆਪਣੀ ਲੀਜੈ। ਮਾਲਾ ਦਾ ਅਰਥ ਹੈ, ਦੋ ਅੱਖਰ ਹਨ ਇਸ ਦੇ, ਮਾਂ ਅਤੇ ਲਾ। ਮਾਂ ਦਾ ਅਰਥ ਮਾਇਆ ਅਤੇ ਲਾ ਦਾ ਅਰਥ ਹੈ ਲਾਉਣਾ। ਕਿ ਪਰਮੇਸ਼ਰ ਵਾਹਿਗੁਰੂ ਜਿੰਨਾ ਚਿਰ ਜੀਵ ਨੂੰ ਤੇਰੀ ਇਹ ਮਾਇਆ ਚਿੰਬੜੀ ਹੋਈ ਹੈ, ਉਹਨਾਂ ਚਿਰ ਭਗਤ ਨਾ ਕੀਜੈ, ਭਗਤੀ ਨਹੀਂ ਹੁੰਦੀ। ਜਹ ਮਾਲਾ ਆਪਣੀ ਲੀਜੈ, ਵੀ ਇਹ ਜਿਹੜੀ ਮਾਇਆ ਹੈ ਇਸ ਨੂੰ ਲਾ ਕੇ ਇਹ ਲਾ ਦੇ, ਇਸ ਨੂੰ ਤੂੰ ਆਪਣੇ ਕੋਲ ਹੀ ਰੱਖ। ਹਉ ਮੰਗੋ
ਸੰਤਨ ਰੇਨਾ। ਕਹਿਣ ਲੱਗੇ ਫਿਰ ਪਰਮੇਸ਼ਰ ਕਹਿੰਦਾ, ਵਾਹਿਗੁਰੂ ਕਹਿਣ ਲੱਗੇ ਵੀ ਕੀ ਤੂੰ ਜਾਚਨਾ ਕਰਦਾ, ਕੀ ਮੰਗਦਾ ਹੈ? ਤਾਂ ਭਗਤ ਜੀ ਕਹਿੰਦੇ, ਹਉ ਮੰਗੋ ਸੰਤਨ ਰੇਨਾ, ਕਿ ਅਸੀਂ ਪਰਮੇਸ਼ਰ ਵਾਹਿਗੁਰੂ ਤੇਰੇ ਜਿਹੜੇ ਸੰਤ ਭਗਤ ਹਨ, ਤੇਰਾ ਜਿਹੜਾ ਨਾਮ ਜਪਦੇ ਹੈ, ਉਹਨਾਂ ਦੀ ਜਿਹੜੀ ਚਰਨ ਧੂੜ ਹੈ, ਹਉ ਮੰਗੋ ਸੰਤਨ ਰੇਨਾ, ਸਾਧੂਆਂ ਦੀ ਜਿਹੜੀ ਚਰਨ ਰੇਣ ਹੈ, ਚਰਨ ਧੂੜੀ ਹੈ, ਉਸ ਨੂੰ ਅਸੀਂ ਮੰਗਦੇ ਹਾਂ, ਲੋਚਦੇ ਹਾਂ। ਮੈਂ ਨਾਹੀ ਕਿਸੀ ਕਾ ਦੇਨਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਮੈਂ ਨਾਹੀ ਕਿਸੀ ਕਾ ਦੇਨਾ। ਕਹਿੰਦੇ ਅਕਾਲ ਪੁਰਖ ਪਰਮੇਸ਼ਰ ਨੇ ਆਖਿਆ ਵੀ ਭਗਤ ਜੀ ਹੁਣ ਤੁਸੀਂ ਮੰਗਣ ਲੱਗ ਪਏ ਉਹ ਇਹ ਚੀਜ਼ਾਂ। ਤੇ ਭਗਤ ਜੀ ਕਹਿਣ ਲੱਗੇ ਕਿ ਪਰਮੇਸ਼ਰ ਵਾਹਿਗੁਰੂ ਮੈਂ ਨਾਹੀ ਕਿਸੀ ਕਾ ਦੇਨਾ, ਮੈਂ ਕਿਹੜਾ ਕਿਸੇ ਦਾ ਕਰਜ਼ਾ ਤਾਰਨਾ ਵੀ ਤੇਰੇ ਤੋਂ ਮਾਇਆ ਲੈ ਕੇ, ਤੇਰੇ ਤੋਂ ਪਦਾਰਥ ਲੈ ਕੇ ਵੀ ਕਿਸੇ ਦਾ ਕਰਜ਼ਾ ਨਹੀਂ ਲਾਉਣਾ। ਨਾ ਮੇਰੇ 'ਤੇ ਕਿਸੇ ਦਾ ਕਰਜ਼ਾ ਹੈ, ਨਾ ਪੁੰਨਾਂ ਦਾ ਹੈ, ਨਾ ਪਾਪਾਂ ਦਾ ਹੈ। ਇਹਦੇ ਤੋਂ ਉੱਤੇ ਨਿਰਲੇਪ ਅਵਸਥਾ ਦੇ ਵਿੱਚ ਹਾਂ। ਮੇਰੇ 'ਤੇ ਕੋਈ ਇਹਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ, ਪਰ ਮੈਂ ਆਪਣੇ ਵਾਸਤੇ ਨਹੀਂ, ਇਹਨਾਂ ਸਾਧੂਆਂ ਦੀ ਸੇਵਾ ਵਾਸਤੇ, ਸੰਗਤ ਦੀ ਸੇਵਾ ਵਾਸਤੇ, ਪਰਉਪਕਾਰ ਵਾਸਤੇ ਤੇਰੇ ਪਾਸੋਂ ਇਹ ਚੀਜ਼ਾਂ ਮੰਗਦਾ ਹਾਂ। ਮਾਧੋ ਕੈਸੀ ਬਨੈ ਤੁਮ ਸੰਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਮਾਧੋ, ਮਾਇਆ ਦੇ ਪਤੀ ਪਰਮੇਸ਼ਰ ਵਾਹਿਗੁਰੂ, ਕੈਸੀ ਬਣੈ ਤੁਮ ਸੰਗੇ, ਫਿਰ ਤੇਰੇ ਨਾਲ ਕਿਸ ਤਰ੍ਹਾਂ ਜੀਵ ਦੀ ਜਿਹੜੀ ਭਗਤੀ ਦੀ ਗੱਲ ਹੈ ਉਹ ਬਣ ਆਉਂਦੀ ਹੈ। ਸੰਸਾਰ ਦੇ ਅੰਦਰ ਆਮ ਜਦੋਂ ਭਗਤੀ ਦੀ ਗੱਲ ਆਮ ਇਨਸਾਨ ਸੁਣਦਾ ਹੈ ਤੇ ਉਹਦੇ ਅੰਦਰ ਇਹੀ ਖਿਆਲ ਹੁੰਦਾ ਵੀ ਇਹ ਤੇ ਬਾਬਿਆਂ ਦਾ ਕੰਮ ਹੈ, ਇਹ ਤੇ ਜਿਹੜੇ ਕੋਈ ਸਾਧੂ ਸੰਤ ਉਹਨਾਂ ਦਾ ਹੀ ਕੰਮ ਹੈ, ਆਪਾਂ ਭਗਤੀ ਨਹੀਂ ਕਰ ਸਕਦੇ, ਆਪਣੇ ਆਹ ਕੰਮ ਰੁਕ ਜਾਣੇ ਆ, ਆਹ ਰੁਕ ਜਾਣੇ ਆ, ਇਹ ਸਿੱਧਾ ਜਿਹਾ ਖਿਆਲ ਬਣਿਆ ਹੋਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਰਮੇਸ਼ਰ ਵਾਹਿਗੁਰੂ ਜੇ ਜੀਵ ਨੂੰ ਇਹਨਾਂ ਚੀਜ਼ਾਂ ਦੀਆਂ ਹੀ ਫਿਕਰਾਂ ਹਨ, ਫਿਰ ਕੈਸੀ ਬਣੈ ਤੁਮ ਸੰਗੇ, ਫਿਰ ਕਿਵੇਂ ਤੇਰੇ ਪਾਸ ਭਗਤੀ ਦੀ ਜਿਹੜੀ ਗੱਲ ਹੈ ਤੇਰੇ ਨਾਲ ਬਣ ਸਕਦੀ ਹੈ। ਆਪ ਨਾ ਦੇਹੋ ਤਾ ਲੇਵੋ ਮੰਗੇ। ਕਿ ਪਰਮੇਸ਼ਰ ਵਾਹਿਗੁਰੂ ਜੇ ਤੁਸੀਂ ਆਪ ਨਹੀਂ ਦਿੰਦੇ ਤਾਂ ਲੇਵੋ ਮੰਗੇ, ਅਸੀਂ ਉਹ ਦਾਤਾਂ ਨੂੰ, ਉਹਨਾਂ ਚੀਜ਼ਾਂ ਨੂੰ ਤੇਰੇ ਪਾਸੋਂ ਮੰਗ ਕੇ ਲੈ ਲੈਂਦੇ ਹਾਂ। ਭਗਤ ਜਿਹੜੇ ਆ ਉਹ ਮੰਗ ਲੈਂਦੇ ਆ ਪਰਮੇਸ਼ਰ ਦੇ ਪਾਸੋਂ, ਸਾਰਾ ਜਗਤ ਹੀ ਮੰਗਦਾ, ਪਰ ਜਿਹੜੀ ਚੀਜ਼ ਭਗਤ ਮੰਗਦੇ ਹੈ ਉਹ ਹੋਰ ਚੀਜ਼ ਹੈ। ਸੰਸਾਰੀ ਜਿਹੜਾ ਕੋਈ ਜੀਵ ਹੈ ਉਹਦਾ ਮੰਗਣ ਦਾ ਜਿਹੜਾ ਸੰਬੰਧ ਹੈ ਉਹ ਆਪਣੇ ਤੱਕ ਹੀ ਸੀਮਿਤ ਹੁੰਦਾ, ਵੀ ਮੇਰਾ ਕੰਮ ਹੋ ਜਾਏ, ਮੇਰਾ ਸਵਾਰਥ ਜਿਹੜਾ ਪੂਰਾ ਹੋ ਜਾਏ, ਮੇਰਾ ਪ੍ਰਯੋਜਨ ਹੋ ਜਾਏ, ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਸੁੱਖ ਮਿਲ ਜਾਣ, ਉਹਦਾ ਆਪਣੇ ਤੱਕ ਸੀਮਤ ਹੈ। ਪਰ ਜਦੋਂ ਭਗਤ ਮੰਗਦਾ ਉਹ ਪਰਉਪਕਾਰ ਵਾਸਤੇ, ਉਹ ਦੂਸਰੇ ਦੇ ਭਲੇ ਵਾਸਤੇ ਮੰਗਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਆਪ ਨਾ ਦੇਹੋ ਤਾਂ ਲੇਵੋ ਮੰਗੇ। ਪਰਮੇਸ਼ਰ ਵਾਹਿਗੁਰੂ ਤੇਰੇ ਪਾਸੋਂ ਜੇ ਤੁਸੀਂ ਨਹੀਂ ਇਹਨਾਂ ਚੀਜ਼ਾਂ ਨੂੰ, ਵਸਤਾਂ ਨੂੰ ਦਿੰਦੇ ਪਰਾਲਬਧ ਅਨੁਸਾਰ, ਵੀ ਤੇਰੇ ਪਰਾਲਬਧ 'ਚ ਨਹੀਂ ਹੈ, ਤੇਰੇ ਕਰਮਾਂ 'ਚ ਨਹੀਂ ਹੈ, ਤਾਂ ਮੰਗ ਕੇ ਲੈ ਲੈਂਦੇ ਹਾਂ। ਦੋਹਰਾ ਦੋਏ ਸੇਰ ਮੰਗੋ ਚੂਨਾ। ਰਹਾਓ ਰਹਾਉ ਦੋਏ ਸੇਰ ਮੰਗੋ ਚੂਨਾ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਿ ਕਿਹੜੀਆਂ ਚੀਜ਼ਾਂ ਮੰਗਦੇ ਆ? ਦੋਏ ਸੇਰ ਮੰਗੋ ਚੂਨਾ। ਚੂਨਾ ਨਾਮ ਹੈ ਆਟੇ ਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ, ਹਰ ਇੱਕ ਸਾਧੂ ਵਾਸਤੇ 2-2 ਸੇਰ ਜਿਹੜਾ ਕੱਚਾ ਆਟਾ ਹੈ ਇੱਕ ਡੰਗ ਦਾ, ਉਹ ਮੰਗਦੇ ਆ। ਪੁਰਾਣੇ ਸਮਿਆਂ ਦੇ ਅੰਦਰ ਸੇਰ, ਪੰਸੇਰੀ, ਪਾਈਆ, ਅੱਧ ਪਾ ਇਹ ਸ਼ਬਦ ਚੱਲਦੇ, ਹੁਣ ਕਿਲੋਗ੍ਰਾਮ ਚੱਲ ਪਏ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਦੋਏ ਸੇਰ ਮੰਗੋ ਚੂਨਾ, ਕਿ ਹੇ ਪਰਮੇਸ਼ਰ ਵਾਹਿਗੁਰੂ ਤੇਰੇ ਪਾਸੋਂ ਅਸੀਂ 2 ਸੇਰ ਜਿਹੜਾ ਆਟਾ ਹੈ ਕੱਚਾ, ਉਸ ਨੂੰ ਹਰ ਇੱਕ ਸਾਧੂ ਵਾਸਤੇ 2-2 ਸੇਰ ਮੰਗਦੇ ਹਾਂ। ਇਹ ਇੱਕ ਸਰੀਰ ਦੀ ਖੁਰਾਕ ਦੇ ਅਨੁਸਾਰ ਹੈ। ਇਸੇ ਤਰ੍ਹਾਂ ਹੀ ਜਿਹੜੀ ਆਤਮਾ ਦੀ ਖੁਰਾਕ ਹੈ, ਮਨ ਦੀ ਖੁਰਾਕ ਹੈ, ਉਹਦਾ ਵੀ ਨਾਲ ਨਾਲ ਹੀ ਭਗਤ ਜੀ ਇਹਨਾਂ ਸ਼ਬਦਾਂ ਦੇ ਅੰਦਰ ਬਿਆਨ ਕਰਦੇ ਆ, ਦੋਏ ਸੇਰ ਮੰਗੋ ਚੂਨਾ। ਦੋਏ ਤੋਂ ਭਾਵ ਹੈ 2 ਚੀਜ਼ਾਂ। ਸੇਰ ਤੋਂ ਭਾਵ ਹੈ ਜਿਵੇਂ ਕੋਈ ਸ਼ੇਰ ਹੁੰਦਾ, ਬੜਾ ਸ਼ਕਤੀਸ਼ਾਲੀ ਹੈ, ਤਾਕਤਵਰ ਹੈ,
ਤੇ ਜਿਹੜਾ ਸਾਡਾ ਮਨ ਹੈ ਇਹਦੇ ਅੰਦਰ ਜਿੰਨੇ ਵਿਸ਼ੇ ਵਿਕਾਰ ਚੱਲਦੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਚੂਨਾ ਕਹੀਏ, ਚੂਰਨ ਕਰਨ ਵਾਸਤੇ ਭਾਵ ਕਿ ਖਤਮ ਕਰਨ ਵਾਸਤੇ ਦੋ ਜਿਹੜੇ ਸ਼ੇਰ ਹਨ, ਇੱਕ ਸੇਵਾ ਤੇ ਦੂਸਰਾ ਸਿਮਰਨ। ਇਹ ਦੋ ਸ਼ੇਰ ਤੇਰੇ ਪਾਸੋਂ ਮੰਗਦੇ ਆ ਪਰਮੇਸ਼ਰ ਵਾਹਿਗੁਰੂ ਕਿ ਤੇਰੀ ਸੇਵਾ ਕਰਕੇ, ਤੇਰਾ ਨਾਮ ਜਪ ਕੇ ਜਿਹੜੇ ਅੰਦਰਲੇ ਵਿਕਾਰ ਹਨ ਉਹਨਾਂ ਨੂੰ ਅਸੀਂ ਚੂਰਨ ਕਰ ਦਈਏ। ਆਤਮਾ ਦੀ ਖੁਰਾਕ ਹੈ। ਪਾਉ ਘੀਓ ਸੰਗ ਲੂਣਾ। ਇਸੇ ਪ੍ਰਕਾਰ ਹੀ ਪਰਮੇਸ਼ਰ ਵਾਹਿਗੁਰੂ ਪਾਓ ਘੀਓ ਸੰਗ ਲੂਣਾ, ਜਿਹੜਾ ਘਿਓ ਹੈ ਉਹ ਵੀ ਪਾਈਆ ਮੰਗਦੇ ਹੈ, ਜਿਹਦੇ ਨਾਲ ਦਾਲ ਸਬਜ਼ੀ ਬਣਦੀ ਹੈ, ਵਰਤਿਆ ਜਾਂਦਾ, ਤੇ ਨਾਲ ਹੀ ਲੂਣਾ ਕਹੀਏ ਜਿਹੜਾ ਲੂਣ ਹੈ ਉਹਦੇ ਤੋਂ ਬਿਨਾਂ ਵੀ ਨਹੀਂ ਬਣਦੀ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਅੱਧ ਪਾ ਜਿਹੜਾ ਘਿਓ ਹੈ ਉਹ ਵੀ ਮੰਗਦੇ ਹੈ, ਪਾਓ ਘੀਓ ਪਾਈਆ ਘਿਓ ਤੇ ਸੰਗ ਲੂਣਾ, ਤੇ ਨਾਲ ਹੀ ਜਿਹੜਾ ਲੂਣ ਹੈ ਉਸ ਨੂੰ ਮੰਗਦੇ ਹੈ। ਇਸੇ ਪ੍ਰਕਾਰ ਹੀ ਆਤਮਾ ਦੀ ਖੁਰਾਕ ਹੈ, ਪਾਓ ਘੀਓ ਸੰਗ ਲੂਣਾ। ਪਾਓ ਨਾਮ ਹੈ ਪੈਰਾਂ ਦਾ ਦੂਸਰੇ ਅਰਥਾਂ ਦੇ ਵਿੱਚ, ਤੇ ਘੀਓ ਨਾਮ ਹੈ ਘੁਲਣ ਦਾ, ਮਿਲਣ ਦਾ। ਇਸੇ ਪ੍ਰਕਾਰ ਪਾਓ ਘੀਓ ਸੰਗ ਲੂਣਾ। ਲੂਣਾ ਤੋਂ ਭਾਵ ਹੈ ਲੀਨਤਾ ਹੋ ਜਾਣੀ, ਜਿਵੇਂ ਲੂਣ ਸਬਜ਼ੀ 'ਚ ਘੁਲ ਜਾਂਦਾ, ਦਿਸਦਾ ਨਹੀਂ, ਉਹਦਾ ਸਵਾਦ ਹੀ ਆਉਂਦਾ। ਕਿ ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਦੇ ਵਿੱਚ ਐਸੀ ਲੀਨਤਾ ਹੋ ਜਾਏ, ਇੰਨੇ ਘੁਲ ਜਾਈਏ ਤੇਰੇ ਨਾਮ ਰੂਪੀ ਚਰਨਾਂ ਦੇ ਅੰਦਰ, ਐਸੀ ਜਾਚਨਾ ਵੀ ਮੰਗਦੇ ਹਾਂ। ਅਧ ਸੇਰ ਮੰਗੋ ਦਾਲੇ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਅੱਧ ਸੇਰ ਮੰਗੋ ਦਾਲੇ। ਅੱਧਾ ਅੱਧਾ ਸੇਰ ਜਿਹੜੀ ਦਾਲ ਹੈ ਉਹ ਮੰਗਦੇ ਹੈ ਕਿ ਦਾਲ ਦੇ ਨਾਲ ਪ੍ਰਸ਼ਾਦਾ ਪਾਣੀ ਜਿਹੜਾ ਉਹ ਛਕਿਆ ਜਾਂਦਾ। ਵੀ ਅੱਧ ਸੇਰ ਮੰਗੋ ਦਾਲੇ, ਅੱਧਾ ਸੇਰ ਜਿਹੜੀ ਦਾਲ ਹੈ ਉਸ ਨੂੰ ਮੰਗਦੇ ਹੈ ਹਰੇਕ ਡੰਗ ਦੀ। ਇਸੇ ਪ੍ਰਕਾਰ ਹੀ ਇਹ ਸਰੀਰ ਦਾ ਨਿਰਵਾਹ ਹੈ। ਇਸੇ ਤਰ੍ਹਾਂ ਹੀ ਅੱਧ ਸੇਰ ਮੰਗੋ ਦਾਲੇ। ਦੂਸਰੇ ਅਰਥਾਂ ਦੇ ਵਿੱਚ ਅੱਧ ਨਾਮ ਹੈ, ਆਦਿ ਵਿਆਧੀ ਉਪਾਧੀ, ਇਹ ਤਿੰਨ ਤਰ੍ਹਾਂ ਦੇ ਤਾਪ ਹਨ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਬਚਨ ਕਰਦੇ ਹਨ, ਅੱਧ ਸੇਰ ਮੰਗੋ ਦਾਲੇ। ਅੱਧਾ ਸੇਰ ਮੰਗੋ ਦਾਲੇ। ਆਦਿ ਵਿਆਧੀ ਤੇ ਉਪਾਧੀ, ਇਹ ਤਿੰਨ ਤਾਪ ਜਿਹੜੇ ਹਨ ਇਹਨਾਂ ਨੂੰ ਦਾਲੇ ਕੀਏ ਦਲਣ ਵਾਸਤੇ, ਇਹਨਾਂ ਨੂੰ ਨਾਸ ਕਰਨ ਵਾਸਤੇ ਪਰਮੇਸ਼ਰ ਵਾਹਿਗੁਰੂ ਤੇਰਾ ਜਿਹੜਾ ਨਾਮ ਹੈ ਉਹ ਸੇਰ ਦੀ ਨਿਆਈ ਸਭ ਤੋਂ ਸ਼੍ਰੋਮਣੀ ਹੈ, ਉਸ ਨੂੰ ਮੰਗਦੇ ਹਾਂ। ਮੂੰਹ ਕਉ ਦੋਨੋਂ ਵਕਤ ਜਵਾਲੇ। ਭਗਤ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਇੱਕ ਡੰਗ ਦਾ ਨਹੀਂ, ਦੋਨੋਂ ਵਕਤ ਜਵਾਲੇ। ਦੋਵਾਂ ਵਕਤਾਂ ਦਾ ਹੀ ਜਿਹੜਾ ਅੰਨ ਪਾਣੀ ਹੈ, ਭੋਜਨ ਪਾਣੀ, ਪ੍ਰਸ਼ਾਦਾ, ਰਸਤ ਬਸਤ ਹੈ, ਇਹ ਤੂੰ ਸਾਨੂੰ ਦੇ ਦੇ, ਜਿਹਦੇ ਨਾਲ ਇਹ ਸਰੀਰਾਂ ਦੇ ਨਿਰਵਾਹ ਚੱਲਦੇ ਰਹਿਣ। ਕਿਉਂਕਿ ਗੁਰੂ ਘਰ ਦਾ, ਗੁਰਮਤਿ ਦਾ ਇਹ ਸਿਧਾਂਤ ਹੈ ਵੀ ਨਾ ਤੇ ਅੰਨ ਛੱਡਿਆ ਪਰਮੇਸ਼ਰ ਮਿਲਦਾ ਹੈ, ਨਾ ਕੋਈ ਜਲ ਪਾਣੀ ਛੱਡਿਆ ਪਰਮੇਸ਼ਰ ਮਿਲਦਾ ਹੈ। ਗੁਰਮਤਿ ਦਾ ਜਿਹੜਾ ਸਿਧਾਂਤ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਹਨ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ ਹੋਇਬੋ ਤ੍ਰਿਗੁਣ ਅਤੀਤ। ਵੀ ਜੇ ਸਰੀਰ ਕਹਿ ਰਿਹਾ ਵੀ ਭੋਜਨ ਮੰਗ ਰਿਹਾ ਤੇ ਉਹਨੂੰ ਦੇਣਾ, ਜੇ ਨੀਂਦ ਕਹਿ ਰਹੀ ਆ ਰਹੀ ਹੈ ਤੇ ਉਹਨੂੰ ਵੀ ਲੈਣਾ। ਇਹ ਸਭ ਕੁਝ ਕਰਦਿਆਂ ਹੋਇਆਂ ਪਰਮੇਸ਼ਰ ਦੀ ਭਗਤੀ ਕਰਨੀ ਹੈ। ਹਠ ਯੋਗ ਨਹੀਂ ਹੈ ਵੀ ਧੱਕੇ ਨਾਲ ਅੰਨ ਛੱਡ ਦੇਣਾ, ਧੱਕੇ ਦੇ ਨਾਲ ਬੈਠੇ ਰਹਿਣਾ, ਨੀਂਦ ਨਹੀਂ ਲੈਣੀ। ਇਹ ਹਠ ਯੋਗ ਹੁੰਦਾ ਯੋਗ ਮਤ ਦੇ ਅੰਦਰ। ਪਰ ਗੁਰਮਤਿ ਦੇ ਅੰਦਰ ਇਹ ਚੀਜ਼ਾਂ ਜਿਹੜੀਆਂ ਹਨ ਪ੍ਰਵਾਨ ਨਹੀਂ ਮੰਨੀਆਂ। ਗੁਰਮਤਿ ਦੇ ਅੰਦਰ ਸਹਿਜ ਯੋਗ ਹੈ। ਸਹਿਜ ਸਹਿਜ ਗੁਣ ਰਵੈ ਕਬੀਰਾ, ਕਿ ਸੰਸਾਰ ਦੀ ਕਿਰਤ ਵਿਰਤ ਕਰਦਿਆਂ ਹੋਇਆਂ, ਇਹਦੇ ਵਿੱਚ ਵਿਚਰਦਿਆਂ ਹੋਇਆਂ ਪਰਮੇਸ਼ਰ ਦੀ ਭਗਤੀ ਕਰਕੇ ਜੀਵਨ ਸਫਲ ਕਰਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੂਕੋ ਦੋਨੋਂ ਵਕਤ ਜਵਾਲੇ। ਪਰਮੇਸ਼ਰ ਵਾਹਿਗੁਰੂ ਦੋਵਾਂ ਵਕਤਾਂ ਦਾ ਹੀ ਜਿਹੜਾ ਏ ਭੋਜਨ ਪਾਣੀ ਮੰਗਦੇ ਆ। ਇਸੇ ਪ੍ਰਕਾਰ ਹੀ ਦੋ ਵਕਤ ਕਿਹੜੇ ਹੈ, ਜੰਮਣ ਤੇ ਮਰਨ। ਇਹਨਾਂ ਦੋਵਾਂ ਤੋਂ ਹੀ ਪਰਮੇਸ਼ਰ ਵਾਹਿਗੁਰੂ ਸਾਨੂੰ ਜਵਾਲੇ ਕਹੀਏ ਤੂੰ ਰੱਖਿਆ ਕਰਦੇ, ਜੰਮਣ ਮਰਨ ਤੋਂ ਰਹਿਤ ਕਰਦੇ। ਖਾਟ ਮੰਗੋ ਚੌਪਾਈ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਫਿਰ ਖਾਟ ਮੰਗੋ ਚੌਪਾਈ। ਰਾਤ ਨੂੰ ਬਰਾਜਣ ਵਾਸਤੇ, ਸੌਣ ਵਾਸਤੇ
ਖਾਟ ਜਿਹੜੀ ਹੈ ਮੰਜੀ ਉਹ ਮੰਗਦੇ ਆ ਚੌਪਾਈ 4 ਪਾਵਿਆਂ ਵਾਲੀ। ਇਹ ਵੀ ਨਹੀਂ ਕਿ ਅੱਧਾ ਹੋਵੇ, ਕੋਈ ਟੁੱਟਿਆ ਹੋਵੇ। 4 ਪਾਵਿਆਂ ਦੇ ਸਮੇਤ ਜਿਹੜੀ ਮੰਜੀ ਹੈ ਉਹ ਮੰਗਦੇ ਆ, ਜਿਹਦੇ 'ਤੇ ਰਾਤ ਨੂੰ ਜੀਵ ਜਿਹੜਾ ਸਰੀਰ ਜਿਹੜਾ ਉਹ ਆਰਾਮ ਕਰ ਸਕੇ। ਇਸੇ ਤਰ੍ਹਾਂ ਹੀ ਖਾਟ ਮੰਗੋ ਚੌਪਾਈ। ਦੂਸਰੇ ਅਰਥਾਂ ਦੇ ਅੰਦਰ ਖਾਟ ਨਾਮ ਹੈ 6 ਦਾ। 6 ਜਿਹੜੇ ਸ਼ਾਸਤਰ ਹਨ, ਸਾਂਖ, ਨਿਆਏ, ਜੋਗ, ਪਤੰਜਲ, ਮੀਮਾਂਸਾ, ਵਿਸੇਖਕ, ਇਹ 6 ਸ਼ਾਸਤਰ ਮੰਨੇ ਹੈ। ਇਹਨਾਂ ਸ਼ਾਸਤਰਾਂ ਦਾ ਜਿਹੜਾ ਸਾਰ ਸਿਧਾਂਤ ਹੈ ਉਹ ਵੀ ਤੇਰੇ ਪਾਸੋਂ ਮੰਗਦੇ ਹੈ। ਅਤੇ ਚੌਪਾਈ 4 ਵੇਦ ਮੰਨੇ, ਸ਼ਾਮ ਵੇਦ, ਰਿਗ ਵੇਦ, ਯਜੁਰਵੇਦ, ਅਥਰਵਣ ਵੇਦ। ਇਹਨਾਂ ਦਾ ਜਿਹੜਾ ਸਾਰ ਸਿਧਾਂਤ ਹੈ ਵੀ 4 ਵੇਦਾਂ ਦਾ ਨਿਚੋੜ ਇਹ ਹੈ, 6 ਸ਼ਾਸਤਰਾਂ ਦਾ ਨਿਚੋੜ ਇਹ ਹੈ ਵੀ ਇਹ ਵੀ ਤੇਰੇ ਪਾਸੋਂ ਹੀ ਪਰਮੇਸ਼ਰ ਵਾਹਿਗੁਰੂ ਜਿਹੜੀ ਅਧਿਆਤਮਕ ਖੁਰਾਕ ਹੈ ਉਹ ਵੀ ਤੇਰੇ ਪਾਸੋਂ ਹੀ ਮੰਗਦੇ ਹਾਂ। ਸਿਰਹਾਨਾ ਅਵਰ ਤੁਲਾਈ। ਇਸੇ ਪ੍ਰਕਾਰ ਹੀ ਫਿਰ ਮੰਜੇ ਦੇ ਨਾਲ ਬਿਸਤਰੇ ਦੀ ਵੀ ਲੋੜ ਹੈ। ਰਾਤ ਦੇ ਸਮੇਂ ਇਕੱਲੀ ਮੰਜੀ ਜਿਹੜੀ ਹੈ ਉਹਦੇ 'ਤੇ ਵੀ ਜੀਵ ਦਾ ਸਰੀਰ ਜਿਹੜਾ ਨਹੀਂ ਸਹੀ ਰਹਿੰਦਾ, ਉਹਦੇ ਵਾਸਤੇ ਵੀ ਸਿਰਹਾਨਾ ਅਵਰ ਤੁਲਾਈ। ਸਿਰ ਦੇ ਥੱਲੇ ਦੇਣ ਵਾਸਤੇ ਜਿਹੜਾ ਆਸਰਾ ਸਿਰਹਾਣਾ ਉਹ ਵੀ ਹੈ, ਫਿਰ ਨਾਲ ਤਲਾਈ ਵੀ ਹੈ ਕਿ ਨਹੀਂ ਜਿਹੜਾ ਵਾਣ ਹੈ ਉਹ ਚੁੱਭਦਾ ਹੈ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਿਰਹਾਨਾ ਅਵਰ ਤੁਲਾਈ। ਦੂਸਰੇ ਅਰਥਾਂ ਦੇ ਅੰਦਰ ਸਿਰ ਕਈ ਹੈ ਸਭ ਤੋਂ ਸ਼੍ਰੋਮਣੀ ਕੀ ਹੈ, ਹੰਕਾਰ। ਜਿਵੇਂ ਸਿਰ ਸਭ ਤੋਂ ਉੱਚਾ ਹੈ ਸਾਡੇ ਸਰੀਰ ਦੇ ਅੰਦਰ, ਇਸੇ ਤਰ੍ਹਾਂ ਹੀ ਸਾਡੇ ਅੰਦਰ ਸਭ ਤੋਂ ਵੱਧ ਕੇ ਜੇ ਕੋਈ ਵਿਕਾਰ ਹੈ ਤਾਂ ਉਹ ਹੰਕਾਰ ਹੀ ਹੈ। ਜੀਵ ਦੀ ਥੋੜ੍ਹੀ ਜਿਹੀ ਸੋਭਾ ਹੋਵੇ ਨਾਲ ਦੀ ਨਾਲ ਹੀ ਹੰਕਾਰੀ ਬਣ ਜਾਂਦਾ। ਥੋੜ੍ਹੀ ਜਿਹੀ ਮਾਇਆ ਆ ਜਾਏ ਫਿਰ ਹੰਕਾਰ ਹੋ ਗਿਆ। ਕਿਸੇ ਸਰਕਾਰੇ ਦਰਬਾਰੇ ਕੋਈ ਇਹਦੀ ਪਦਵੀ ਮਿਲ ਜਾਏ ਫਿਰ ਹੰਕਾਰ ਆ ਗਿਆ। ਹੰਕਾਰ ਜੀਵ ਦੇ ਅੰਦਰ ਬੜੀ ਛੇਤੀ ਫੁਰਦਾ, ਇਸੇ ਕਰਕੇ ਇਹਨੂੰ ਦੀਰਘ ਰੋਗ ਆਖਿਆ, ਹਉਮੈ ਦੀਰਘ ਰੋਗ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪਰਮੇਸ਼ਰ ਵਾਹਿਗੁਰੂ ਇਹ ਜਿਹੜਾ ਹੰਕਾਰ ਹੈ ਇਸ ਨੂੰ ਹਾਨਾ ਕਹੀਏ, ਨਾਸ ਕਰ ਦਿਓ। ਹੰਕਾਰ ਸਾਡੇ ਅੰਦਰੋਂ ਖਤਮ ਕਰ ਦਿਓ ਅਤੇ ਅਵਰ ਤੁਲਾਈ, ਅਤੇ ਉਹਦੇ ਬਰਾਬਰ ਉਹਦੇ ਤੁਲ ਫਿਰ ਜਿਹੜੀ ਤੁਲਤਾ ਕਹੀਏ ਸਮਾਨਤਾ, ਕਿ ਸਭ ਨੂੰ ਇੱਕ ਸਮਾਨ ਵੇਖਣਾ। ਇਹ ਜਿਹੜੀ ਬਿਰਤੀ ਹੈ, ਹੰਕਾਰੀ ਜਿਹੜਾ ਹੁੰਦਾ ਉਹ ਕਿਸੇ ਨੂੰ ਇੱਕ ਨਿਗਾਹ ਨਾਲ ਨਹੀਂ ਵੇਖਦਾ। ਉਹ ਤਾਂ ਜਿਹੜਾ ਉਹਦਾ ਜਸ ਕਰੇ, ਉਹਦੀ ਵਡਿਆਈ ਕਰੇ, ਉਹਦੀ ਉਪਮਾ ਗਾਏ, ਉਹਨੂੰ ਕਹਿੰਦਾ ਵੀ ਇਹ ਚੰਗਾ, ਦੂਸਰੇ ਨੂੰ ਕਹਿੰਦਾ ਇਹ ਮਾੜਾ। ਹੰਕਾਰੀ ਬੰਦੇ ਨੂੰ ਆਪਦੀ ਵਡਿਆਈ ਚੰਗੀ ਲੱਗਦੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਇਹ ਹੰਕਾਰ ਸਾਡੇ ਅੰਦਰੋਂ ਦੂਰ ਕਰ ਦੇ, ਅਤੇ ਜਿਹੜੀ ਸਮਾਨਤਾ ਹੈ, ਇੱਕ ਸਮਾਨ ਨਿਗਾਹ ਜਿਹੜੀ ਹੈ ਸਭ ਦੇ ਵਿੱਚ, ਉਹ ਸਾਨੂੰ ਬਖਸ਼ ਦੇ। ਉੱਪਰ ਕਉ ਮੰਗੋ ਖਿੰਦਾ। ਭਗਤ ਜੀ ਕਹਿੰਦੇ ਜਿੱਥੇ ਇਹ ਥੱਲੇ ਵਿਛਾਉਣ ਵਾਲਾ ਬਿਸਤਰਾ ਹੈ, ਉੱਪਰ ਕਉ ਮੰਗੋ ਖਿੰਦਾ, ਫਿਰ ਉੱਪਰ ਲੈਣ ਵਾਸਤੇ ਜਿਹੜਾ ਕੋਈ ਖੇਸ ਹੈ ਉਹ ਮੰਗਦੇ ਹੈ। ਸਿਆਲ ਦੇ ਦਿਨਾਂ ਵਿੱਚ ਰਜਾਈ ਦੀ ਲੋੜ ਹੈ ਪਾਲੇ ਤੋਂ ਬਚਣ ਵਾਸਤੇ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਉੱਪਰ ਲੈਣ ਵਾਸਤੇ ਵੀ ਪਰਮੇਸ਼ਰ ਤੇਰੇ ਤੋਂ ਅਸੀਂ ਇਹ ਖੇਸ ਅਤੇ ਸਮੇਂ ਦੇ ਲਿਹਾਜ਼ ਨਾਲ, ਰੁੱਤ ਦੇ ਲਿਹਾਜ਼ ਨਾਲ ਜਿਹੜੀ ਕੋਈ ਰਜਾਈ ਹੈ ਉਹ ਵੀ ਮੰਗਦੇ ਹੈ। ਉੱਪਰ ਕਉ ਮੰਗੋ ਖਿੰਦਾ। ਇਸੇ ਤਰ੍ਹਾਂ ਹੀ ਪਰਮੇਸ਼ਰ ਵਾਹਿਗੁਰੂ ਤੇਰੀ ਜਿਹੜੀ ਭਗਤੀ ਹੈ ਉਹ ਕਰਦਿਆਂ ਹੋਇਆਂ ਜਿਹੜੇ ਕੋਈ ਚੰਗੇ ਗੁਣ ਹਨ, ਜਿਨ੍ਹਾਂ ਦੇ ਨਾਲ ਜੀਵ ਦਾ ਜੀਵਨ ਜਿਹੜਾ ਉੱਪਰ ਕਹੀਏ ਸੰਸਾਰ ਤੋਂ ਉੱਪਰ ਹੁੰਦਾ, ਜਿਨ੍ਹਾਂ ਨੂੰ ਧਾਰਨ ਕਰਕੇ ਸੰਸਾਰ ਦੀ ਮੋਹ ਮਾਇਆ ਤੋਂ ਜੀਵਨ ਉੱਪਰ ਹੋ ਜਾਏ, ਉਤਾਂਹ ਨੂੰ ਹੋ ਜਾਏ। ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ, ਉੱਪਰ ਖਿੜਦਾ, ਇੱਦਾਂ ਪਰਮੇਸ਼ਰ ਵਾਹਿਗੁਰੂ ਭਗਤੀ ਕਰਦਿਆਂ ਹੋਇਆਂ ਇਹ ਵੀ ਤੇਰੇ ਪਾਸੋਂ ਹੀ ਮੰਗਦੇ ਆ ਕਿ ਮੋਹ ਮਾਇਆ ਤੋਂ ਉੱਪਰ ਹੋ ਜਾਈਏ। ਤੇਰੀ ਭਗਤ ਕਰੈ ਜਨ ਥਿੰਦਾ। ਪਰਮੇਸ਼ਰ ਵਾਹਿਗੁਰੂ ਫਿਰ ਤੇਰੀ ਜਿਹੜੀ ਭਗਤੀ ਹੈ ਨਾ ਉਹ ਥਿੰਦਾ ਕਹੀਏ, ਸਨਿਗਧ ਹੋ ਕੇ, ਪ੍ਰੇਮ ਦੇ ਸਹਿਤ ਹੋ ਕੇ ਫਿਰ ਜੀਵ ਜਿਹੜਾ ਉਹ ਕਰਦਾ ਹੈ। ਜੇ ਉਹਦੇ ਕੋਲ ਇਹ ਵਸਤਾਂ ਪਰਮੇਸ਼ਰ ਵਾਹਿਗੁਰੂ ਤੂੰ ਪਹੁੰਚਾ ਰਿਹਾ, ਸਰੀਰ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਅਤੇ ਉਹਦੇ ਨਾਲ ਨਾਲ ਆਤਮਾ ਦੀ ਖੁਰਾਕ ਮਿਲ ਰਹੀ ਹੈ, ਪਰਮੇਸ਼ਰ ਵਾਹਿਗੁਰੂ ਫਿਰ ਤੇਰੀ ਜਿਹੜੀ ਭਗਤੀ ਹੈ
ਉਸ ਨੂੰ ਜਿਹੜਾ ਜੀਵ ਹੈ ਉਹ ਥੀਂਦਾ ਕਹੀਏ ਪ੍ਰੇਮ ਦੇ ਸਹਿਤ ਹੋ ਕੇ ਕਰਦਾ ਹੈ। ਮੈਂ ਨਾਹੀ ਕੀਤਾ ਲੱਭੋ। ਭਗਤ ਕਬੀਰ ਸਾਹਿਬ ਜੀ ਕਹਿੰਦੇ ਚੀਜ਼ਾਂ ਅਸੀਂ ਲਾਲਚ ਵਸ ਹੋ ਕੇ ਨਹੀਂ ਮੰਗੀਆਂ ਵੀ ਸਾਨੂੰ ਲਾਲਚ ਹੈ ਵੀ ਆਟਾ ਦੇ ਦਿਓ, ਘਿਓ ਦੇ ਦਿਓ, ਮੰਜਾ ਬਿਸਤਰਾ ਦੇ ਦਿਓ। ਕਹਿੰਦੇ ਮੈਂ ਨਾਹੀ ਕੀਤਾ ਲੱਭੋ। ਇਹਨਾਂ ਵਸਤੂਆਂ ਦੇ ਵਿੱਚ ਅਸੀਂ ਕੋਈ ਲੱਭ ਕਹੀਏ ਲਾਲਚ ਨਹੀਂ ਕੀਤਾ, ਕਿਉਂਕਿ ਸਾਧੂ ਭਗਤ ਸੰਤ ਜਦੋਂ ਮੰਗਦੇ ਆ ਉਹਨਾਂ ਦੇ ਵਿੱਚ ਪਰਉਪਕਾਰ ਹੁੰਦਾ। ਦੂਸਰੇ ਬੰਨੇ ਜਿਹੜਾ ਕੋਈ ਸੰਸਾਰੀ ਜੀਵ ਮੰਗਦਾ ਹੈ, ਜਿਹੜਾ ਇਹ ਮੋਹ ਮਾਇਆ 'ਚ ਫਸਿਆ ਹੋਇਆ, ਉਹ ਆਪਦੇ ਵਾਸਤੇ ਹੀ ਅਤੇ ਉਹ ਲੈ ਕੇ ਫਿਰ ਉਹਨਾਂ ਦੀ ਵਰਤੋਂ ਜਿਹੜੀ ਉਹ ਵੀ ਨਹੀਂ ਸਹੀ ਕਰਦਾ, ਦੁਰਵਰਤੋਂ ਕਰਨੀ। ਜਿਵੇਂ ਇੱਕ ਉਦਾਹਰਨ ਦੇ ਤੌਰ 'ਤੇ ਇੱਕ ਸਾਧੂ ਹੈ, ਇੱਕ ਮਹਾਤਮਾ ਹੈ, ਅਤੇ ਇੱਕ ਕੋਈ ਜਿਵੇਂ ਵੇਸਵਾਵਾਂ ਹੁੰਦੀਆਂ, ਚਰਿੱਤਰਾਂ ਤੋਂ ਹੀਨ ਔਰਤਾਂ ਹੁੰਦੀਆਂ, ਉਹ ਹੈ। ਉਹ ਦੋਵੇਂ ਜਿਹੜੇ ਹਨ ਉਹ ਘਰ ਬਣਾਉਂਦੇ ਆ, ਮਕਾਨ ਬਣਾਉਂਦੇ ਆ। ਇੱਕ ਪਾਸੇ 'ਤੇ ਜਿਹੜੀ ਔਰਤ ਹੈ, ਵੇਸਵਾ ਹੈ, ਉਹ ਮਕਾਨ ਬਣਾਉਂਦੀ ਹੈ, ਅਤੇ ਉਹਦੇ ਅੰਦਰ ਭਾਵਨਾ ਕੀ ਹੁੰਦੀ ਹੈ? ਮੰਦ ਬਿਰਤੀ ਦੀ। ਉਹਦੇ ਅੰਦਰ ਭਾਵਨਾ ਕੀ ਹੁੰਦੀ ਹੈ? ਵਿਕਾਰ ਭੋਗਣ ਦੀ, ਵੀ ਇੱਦਾਂ ਬਣਾਇਆ ਜਾਵੇ, ਆਹ ਕੀਤਾ ਜਾਵੇ। ਦੂਸਰੇ ਬੰਨੇ ਉਹੀ ਇੱਟਾਂ, ਉਹੀ ਸਭ ਕੁਝ ਉਹ ਸਾਧੂ ਮਕਾਨ ਬਣਾਉਂਦਾ। ਉਹ ਕਿਸ ਕਰਕੇ ਬਣਾਉਂਦਾ? ਵੀ ਇੱਥੇ ਸਤ ਸੰਗਤ ਕਰਿਆ ਕਰਾਂਗੇ, ਇੱਥੇ ਗੁਰੂ ਕਾ ਲੰਗਰ ਚਲਾਇਆ ਕਰਾਂਗੇ, ਇੱਥੇ ਬਾਣੀ ਪੜ੍ਹਿਆ ਕਰਾਂਗੇ, ਇੱਥੇ ਸਿਮਰਨ ਕਰਿਆ ਕਰਾਂਗੇ। ਹੈ ਉਹੀ ਚੀਜ਼ਾਂ, ਪਰ ਉਹਨਾਂ ਦੀ ਵਰਤੋਂ ਵਿੱਚ ਕਿੰਨਾ ਫਰਕ ਪੈ ਗਿਆ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਪਰਮੇਸ਼ਰ ਵਾਹਿਗੁਰੂ ਮੈਂ ਨਾਹੀ ਕੀਤਾ ਲੱਭੋ। ਇਹਨਾਂ ਵਸਤਾਂ ਦੇ ਵਿੱਚ ਮੈਂ ਕੋਈ ਲੋਭ ਜਾਂ ਕੋਈ ਲਾਲਚ ਨਹੀਂ ਕੀਤਾ। ਇੱਕ ਨਾਉ ਤੇਰਾ ਮੈਂ ਫੱਬੋ। ਪਰਮੇਸ਼ਰ ਵਾਹਿਗੁਰੂ ਮੈਨੂੰ ਤੇ ਫੱਬਦਾ ਤੇ ਉਹ ਕੇਵਲ ਤੇਰਾ ਇੱਕ ਨਾਮ ਹੀ ਹੈ। ਤੇਰਾ ਨਾਮ ਹੀ ਚੰਗਾ ਲੱਗਦਾ ਹੈ, ਉਹਦੇ ਨਾਲ ਹੀ ਸਾਡਾ ਭਲਾ ਹੈ, ਅਤੇ ਉਸੇ ਨੂੰ ਹੀ ਮੈਂ ਜਪਦਾ ਹਾਂ। ਪਰ ਇਹ ਜਿਹੜੀਆਂ ਚੀਜ਼ਾਂ ਹਨ ਇਹ ਲੋੜ ਦੇ ਅਨੁਸਾਰ ਹਨ। ਗੁਰੂ ਕਾ ਸਿੱਖ ਜਿਹੜਾ ਉਹ ਲੋੜ ਦੇ ਅਨੁਸਾਰ ਚੀਜ਼ਾਂ ਦੀ ਵਰਤੋਂ ਕਰਦਾ, ਨਾ ਕਿ ਉਹਨਾਂ ਦੇ ਅਧੀਨ ਹੀ ਹੋ ਜਾਂਦਾ, ਉਹਨਾਂ ਦੇ ਵਿੱਚ ਫਸ ਹੀ ਜਾਂਦਾ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਨਾਉ ਤੇਰਾ ਮੈਂ ਫੱਬੋ। ਪਰਮੇਸ਼ਰ ਵਾਹਿਗੁਰੂ ਤੇਰਾ ਜਿਹੜਾ ਨਾਮ ਹੈ ਉਹੀ ਸਾਨੂੰ ਫੱਬਦਾ, ਚੰਗਾ ਲੱਗਦਾ ਹੈ। ਕਹੈ ਕਬੀਰ ਮਨ ਮਾਨਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਹੁਣ ਸਾਡਾ ਮਨ ਕਹੀਏ ਮੰਨ ਗਿਆ, ਮਨ ਮੰਨਿਆ। ਪਰਮੇਸ਼ਰ ਵਾਹਿਗੁਰੂ ਤੇਰੀ ਭਗਤੀ ਦੇ ਵਿੱਚ ਮਨ ਮੰਨ ਗਿਆ। ਜਦੋਂ ਪਰਮੇਸ਼ਰ ਨੇ ਬੇਨਤੀ ਸੁਣ ਲਈ ਭਗਤ ਕਬੀਰ ਜੀ ਦੀ, ਅਤੇ ਭਗਤ ਕਬੀਰ ਜੀ ਨੂੰ ਇਹ ਸਭ ਵਸਤਾਂ ਭੇਜ ਦਿੱਤੀਆਂ ਪਰਮੇਸ਼ਰ ਵਾਹਿਗੁਰੂ ਨੇ, ਅਤੇ ਭਗਤ ਜੀ ਕਹਿੰਦੇ ਮਨ ਮੰਨਿਆ। ਹੁਣ ਸਾਡਾ ਮਨ ਜਿਹੜਾ ਮੰਨ ਗਿਆ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਵਿੱਚ ਵੀ ਇੱਕ ਸਲੋਕ ਆਉਂਦਾ ਹੈ, ਕਬੀਰ ਨਾ ਹਮ ਕੀਆ ਨਾ ਕਰਹੈਂਗੇ ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਕਿ ਭਗਤ ਕਬੀਰ ਸਾਹਿਬ ਜੀ ਦੇ ਸਮੇਂ ਦੇ ਜਿਹੜੇ ਕੋਈ ਧਾਰਮਿਕ ਹੋਰ ਧਰਮਾਂ ਦੇ ਬੰਦੇ ਸਨ ਉਹ ਵਿਰੋਧ ਕਰਦੇ ਸਨ, ਕਿਉਂਕਿ ਭਗਤ ਜੀ ਗੱਲ ਪਰਮੇਸ਼ਰ ਦੀ ਕਰਦੇ, ਉਹ ਆਪਣੇ ਕਰਮਕਾਂਡ ਦੀ ਕਰਦੇ ਅਤੇ ਉਹ ਵਿਰੋਧਤਾ ਕਰਦੇ। ਅਤੇ ਉਹਨਾਂ ਨੇ ਕੀ ਸਲਾਹ ਬਣਾਈ ਵੀ ਆਪਾਂ ਭਗਤ ਜੀ ਦਾ ਨਰਾਦਰ ਕਰਾਈਏ, ਵੀ ਇਹਨਾਂ ਦਾ ਜਸ ਬੜਾ, ਆਪਾਂ ਇਹਨਾਂ ਦਾ ਅਪਜਸ ਕਰਾ ਦਈਏ। ਕਹਿੰਦੇ ਵੀ ਜਿੰਨੇ ਸਾਧੂ ਮੰਡਲੀਆਂ ਹਨ ਸਾਰਿਆਂ ਨੂੰ ਇਹ ਸੱਦਾ ਭੇਜ ਦਿਓ ਵੀ ਭਗਤ ਕਬੀਰ ਦੇ ਘਰੇ ਜੱਗ ਹੈ, ਵੀ ਸਾਰੇ ਸਾਧੂ ਚੱਲ ਕੇ ਅਤੇ ਉੱਥੇ ਪ੍ਰਸ਼ਾਦਾ ਛਕੋ। ਭਗਤ ਕਬੀਰ ਨੇ ਜੱਗ ਕੀਤਾ, ਗੱਲ ਫੈਲਾ ਦਿੱਤੀ ਸਾਰੇ ਥਾਵਾਂ 'ਤੇ, ਅਤੇ ਉਹ ਜਿੰਨੇ ਸਾਧੂ ਸਨ ਮੰਡਲੀਆਂ ਵਾਲੇ ਦੂਰੋਂ ਉਹ ਭਗਤ ਕਬੀਰ ਦੇ ਘਰ ਆਉਣ ਲੱਗ ਪਏ। ਭਗਤ ਜੀ ਨੂੰ ਪੁੱਛਿਆ ਗਿਆ ਅਤੇ ਭਗਤ ਜੀ ਨੂੰ ਕਹਿੰਦੇ ਵੀ ਤੇਰੇ ਘਰੇ ਜੱਗ ਹੈ। ਭਗਤ ਜੀ ਨੇ ਜਦੋਂ ਸਾਰੀ ਗੱਲਬਾਤ ਸੁਣੀ ਅਤੇ ਘਰੋਂ ਬਾਹਰ ਚਲੇ ਗਏ, ਜੰਗਲ 'ਚ ਚਲੇ ਗਏ। ਜਾ ਕੇ ਬੈਠ ਗਏ ਪਰਮੇਸ਼ਰ ਦੇ ਸਨਮੁਖ, ਬੇਨਤੀਆਂ ਕਰਨ ਲੱਗ ਕੇ ਪਰਮੇਸ਼ਰ ਵਾਹਿਗੁਰੂ ਹੁਣ ਤੇ ਤੇਰੇ ਹੱਥ ਹੈ, ਤੂੰ ਲਾਜ ਰੱਖ। ਉਸ ਸਮੇਂ ਕਹਿੰਦੇ ਪਰਮੇਸ਼ਰ ਵਾਹਿਗੁਰੂ ਨੇ ਭਗਤ ਜੀ ਦਾ ਹੀ ਰੂਪ ਧਾਰਨ ਕਰਕੇ, ਕਿਉਂਕਿ ਭਗਤ ਅਤੇ ਰੱਬ ਇੱਕੋ ਹੀ ਰੂਪ ਹੁੰਦੇ ਹੈ।
ਭਗਤ ਜਿਹੜੇ ਹੈ ਉਹਨਾਂ ਦਾ ਰੂਪ ਜਿਹੜਾ ਉਹ ਰੱਬ ਵਾਂਗ ਹੀ ਹੁੰਦਾ, ਅਤੇ ਰੱਬ ਜਿਹੜਾ ਉਹ ਭਗਤਾਂ ਦਾ ਰੂਪ ਧਾਰਨ ਕਰ ਲੈਂਦਾ। ਕਹਿੰਦੇ ਪਰਮੇਸ਼ਰ ਵਾਹਿਗੁਰੂ ਭਗਤ ਜੀ ਦੇ ਘਰ ਆ ਗਏ। ਭਗਤ ਕਬੀਰ ਜੀ ਦਾ ਰੂਪ ਧਾਰਨ ਕੀਤਾ ਹੋਇਆ ਜੱਗ ਸ਼ੁਰੂ ਕਰ ਦਿੱਤਾ। ਪਰਮੇਸ਼ਰ ਨੇ ਤੇ ਸਭ ਕੁਝ ਆਪਣੀ ਦਇਆ ਮਾਇਆ ਨਾਲ ਕੱਢੀ ਜਾਣਾ। ਜੱਗ ਆਰੰਭ ਹੋ ਗਿਆ, ਸਾਧੂ ਲੰਗਰ ਛਕਣ ਲੱਗ ਪਏ। 7 ਦਿਨ ਜੱਗ ਚੱਲਿਆ। 7 ਦਿਨ ਹੀ ਭਗਤ ਜੀ ਜੰਗਲ ਦੇ ਵਿੱਚ ਬੈਠੇ ਰਹੇ। ਉੱਧਰ ਪਰਮੇਸ਼ਰ ਵਾਹਿਗੁਰੂ ਭਗਤ ਜੀ ਦਾ ਰੂਪ ਲੈ ਕੇ ਘਰ ਦੇ ਵਿੱਚ ਜੱਗ ਕਰ ਰਹੇ ਆ। ਹਰੇਕ ਸਾਧੂ ਨੂੰ ਦਛਣਾ, ਵਸਤਰ, ਭੋਜਨ ਸਭ ਨੂੰ ਤ੍ਰਿਪਤ ਕਰਦੇ ਜਾ ਰਹੇ ਆ। ਜਦੋਂ 7 ਦਿਨਾਂ ਬਾਅਦ ਜੱਗ ਸੰਪੂਰਨ ਹੋਇਆ, ਉੱਧਰੋਂ ਭਗਤ ਜੀ ਘਰ ਨੂੰ ਤੁਰ ਪਏ। ਇੱਧਰੋਂ ਪਰਮੇਸ਼ਰ ਨੇ ਆਪਣਾ ਉਹ ਰੂਪ ਅਲੋਪ ਕਰ ਲਿਆ। ਜਦੋਂ ਭਗਤ ਜੀ ਘਰ ਨੂੰ ਆਉਂਦੇ ਆ ਅਤੇ ਲੋਕ ਭਗਤ ਜੀ ਨੂੰ ਹਾਰ ਪਾਈ ਜਾਂਦੇ ਆ, ਜਸ ਕਰੀ ਜਾਂਦੇ ਆ ਕਿ ਭਗਤ ਕਬੀਰ ਵਰਗਾ ਜੱਗ ਨਹੀਂ ਕੋਈ ਕਰ ਸਕਦਾ। ਭਗਤ ਕਬੀਰ ਨੇ ਜੈਸਾ ਜੱਗ ਕੀਤਾ ਹੋ ਹੀ ਨਹੀਂ ਸਕਦਾ ਕਿਸੇ ਤੋਂ। ਉਸ ਸਮੇਂ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤਾ ਸੀ ਵੀ ਅਸੀਂ ਕੁਝ ਨਹੀਂ ਕੀਤਾ, ਅਤੇ ਨਾ ਅਸੀਂ ਕਰ ਹੀ ਸਕਦੇ ਹਾਂ, ਅਤੇ ਨਾ ਇਹ ਸਰੀਰ ਦੇ ਵਿੱਚ ਹੀ ਸਮਰੱਥਾ ਹੈ। ਇਹ ਜੋ ਕੁਝ ਕੀਤਾ ਪਰਮੇਸ਼ਰ ਨੇ ਕੀਤਾ, ਅਤੇ ਜਸ ਕਬੀਰ ਦਾ ਹੋ ਰਿਹਾ, ਭਇਓ ਕਬੀਰ ਕਬੀਰ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਸਾਡਾ ਮਨ ਜਿਹੜਾ ਉਹ ਤੇਰੀ ਭਗਤੀ ਦੇ ਵਿੱਚ ਮੰਨ ਗਿਆ ਹੈ। ਮਨ ਮਾਨਿਆ ਤਉ ਹਰਿ ਜਾਣਿਆ। ਪਰਮੇਸ਼ਰ ਵਾਹਿਗੁਰੂ ਜਦੋਂ ਮਨ ਮੰਨ ਗਿਆ ਤੇ ਫਿਰ ਹੀ ਹਰੀ ਪਰਮੇਸ਼ਰ ਨੂੰ ਜਾਣਿਆ ਕਿ ਇਹ ਜਾਣ ਲਿਆ ਹੈ। ਜਦੋਂ ਸਾਡਾ ਮਨ ਮੰਨ ਗਿਆ ਤੇਰੀ ਭਗਤੀ ਦੇ ਵਿੱਚ, ਤੇਰੇ ਸਰੂਪ ਦੇ ਵਿੱਚ, ਫਿਰ ਤੈਨੂੰ ਅਸੀਂ ਜਾਣ ਲਿਆ ਹੈ। ਕਿਉਂਕਿ ਮਨ ਜਦੋਂ ਮੰਨ ਜਾਏ ਜਿਹੜੀ ਵਸਤੂ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ, ਫਿਰ ਉਹਨੂੰ ਜਾਣ ਲੈਂਦਾ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮਾਨਿਆ ਤਉ ਹਰਿ ਜਾਣਿਆ। ਜਦੋਂ ਮਨ ਮੰਨ ਗਿਆ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਤੇਰੇ ਸਰੂਪ ਨੂੰ, ਤੇਰੀ ਵਡਿਆਈ ਨੂੰ, ਤੇਰੀਆਂ ਬਰਕਤਾਂ ਨੂੰ ਅਸੀਂ ਮਾਨ ਲਿਆ ਹੈ। ਆਪਣੇ ਹਿਰਦੇ ਦੇ ਅੰਦਰ ਉਹਨਾਂ ਨੂੰ ਜਾਣ ਲਿਆ ਹੈ ਕਿ ਤੂੰ ਕੁਝ ਵੀ ਕਰ ਸਕਦਾ ਹੈ। ਤੇਰੀ ਸਮਰੱਥਾ ਇਤਨੀ ਹੈ, ਤੇਰੀ ਤਾਕਤ ਇਤਨੀ ਹੈ। ਰੀਤੇ ਭਰੇ ਭਰੇ ਸਖਨਾਵੈ ਜਹ ਤਾਕੋ ਬਵਹਾਰੈ। ਤੂੰ ਇੱਕ ਛਿਣ ਦੇ ਵਿੱਚ ਹੀ ਖਾਲੀਆਂ ਨੂੰ ਭਰੇ ਅਤੇ ਭਰਿਆਂ ਨੂੰ ਖਾਲੀ ਕਰ ਸਕਦਾ। ਇਹ ਤੇਰੇ ਅੰਦਰ ਹੀ ਸਮਰੱਥਾ ਹੈ, ਤੇਰੀ ਹੀ ਵਡਿਆਈ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿੱਥੇ ਇਹਨਾਂ ਚੀਜ਼ਾਂ ਦੀ ਸੰਸਾਰੀ ਤਲ 'ਤੇ ਸਰੀਰ ਦੀਆਂ ਲੋੜਾਂ ਨੂੰ ਲੈ ਕੇ ਮੰਗ ਕੀਤੀ ਹੈ, ਉਸੇ ਤਰ੍ਹਾਂ ਹੀ ਜੋ ਆਤਮਿਕ ਖੁਰਾਕ ਹੈ, ਚੰਗੇ ਗੁਣ, ਪਰਮੇਸ਼ਰ ਦਾ ਨਾਮ ਸਿਮਰਨ, ਭਗਤੀ, ਇਹਨਾਂ ਦੀ ਵੀ ਮੰਗ ਕੀਤੀ ਹੈ ਵੀ ਇਹਨਾਂ ਦੇ ਨਾਲ ਜਿੱਥੇ ਸਰੀਰ ਦਾ ਨਿਰਵਾਹ ਹੈ ਉਹਦੇ ਨਾਲ ਨਾਲ ਆਤਮਾ ਦੀ ਖੁਰਾਕ ਵੀ ਪਹੁੰਚੇ। ਇਸੇ ਕਰਕੇ ਗੁਰੂ ਘਰਾਂ ਦੇ ਵਿੱਚ 2 ਤਰ੍ਹਾਂ ਦੇ ਲੰਗਰ ਚੱਲਦੇ ਆ। ਜਿੱਥੇ ਸਰੀਰ ਦੀ ਲੋੜ ਅਨੁਸਾਰ ਲੰਗਰ ਹੈ, ਉੱਥੇ ਸ਼ਬਦ ਦਾ ਵੀ ਲੰਗਰ ਹੈ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਜਿਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਮਾਤਾ ਖੀਵੀ ਜੀ ਦਾ ਲੰਗਰ ਚੱਲਦਾ ਸੀ ਕਿ ਖੀਰ ਜਿਹੜੀ ਮਾਤਾ ਖੀਵੀ ਜੀ ਆਪ ਬਣਾਉਂਦੇ, ਉਹਦੇ ਵਿੱਚ ਘਿਓ ਪਾ ਕੇ ਜਿਹੜੇ ਕੋਈ ਸਾਧੂ ਭਗਤੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਉਹਨਾਂ ਨੂੰ ਛਕਾਉਂਦੇ ਕਿ ਉਹ ਖੀਰ ਛਕਦੇ ਅਤੇ ਭਗਤੀ ਕਰਦੇ। ਇਸ ਪ੍ਰਕਾਰ ਗੁਰੂ ਘਰ ਦੇ ਅੰਦਰ ਇਹ ਦੋਹੇ ਤਰ੍ਹਾਂ ਦਾ ਹੀ ਲੰਗਰ ਚੱਲਦਾ, ਸ਼ਬਦ ਦਾ ਵੀ ਅਤੇ ਸਰੀਰ ਦਾ ਵੀ। ਇਸ ਪ੍ਰਕਾਰ ਇਹ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕ ਇਸ ਪਾਵਨ ਸ਼ਬਦ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਪੜ੍ਹਿਆ, ਸੁਣਿਆ, ਵਿਚਾਰਿਆ ਹੈ। ਸਾਡੇ ਹਿਰਦੇ 'ਚ ਵਸਣ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰਿ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ।
ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਤੂੰ ਠਾਕੁਰ